ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਇ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿਠ। ਕਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬਹਿਠ। ਫਰੀਦਾ ਕੂ ਕਹਿੰਦਿਆਂ ਜਾਂ ਗੇਂਦਿਆਂ, ਮਤੀ ਦੇਂਦਿਆਂ ਨਿਤ। ਜੋ ਸ਼ੈਤਾਨ ਵੰਝਾਇਆ, ਸੇ ਕਿਤ ਫਿਰੈ ਚਿਤ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ 'ਚ ਬਰਾਜ ਕੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਦਾ ਆਨੰਦ ਲੈ ਰਹੇ ਸੋ। ਅਸਥਾਨ 'ਤੇ ਇੱਥੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ, ਮਾਊਂਟੇਨਡੇਲ ਰੋਡ, ਕੈਲਗਰੀ, ਜਿੱਥੇ ਆਪ ਜੀ ਬੈਠੇ ਹੋ। ਪਿਛਲੇ ਕਾਫੀ ਸਮੇਂ ਤੋਂ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਸੀ, ਜੋ ਪਿਛਲੇ ਦਿਨੀ ਸਮਾਪਤ ਹੋਈ ਹੈ। ਔਰ ਪਿਛਲੇ 2-3 ਦਿਨਾਂ ਤੋਂ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਆਪ ਜੀ ਦੇ ਸਨਮੁਖ ਦਾਸ ਨੇ ਹੁਣੇ ਜਿਹੜੇ ਸ਼ਲੋਕਾਂ ਦਾ ਪਾਠ ਕੀਤਾ ਹੈ, ਗੁਰੂ ਰੂਪ ਸਾਧ ਸੰਗਤ ਜੀ ਸ਼ਲੋਕ ਨੰਬਰ 12, ਸ਼ਲੋਕ ਨੰਬਰ 13, ਸ਼ਲੋਕ ਨੰਬਰ 14 ਔਰ ਸ਼ਲੋਕ ਨੰਬਰ 15। ਇਹਨਾਂ 4 ਸ਼ਲੋਕਾਂ ਦਾ ਪਾਠ, ਕਿਉਂਕਿ ਜਿਹੜੇ ਪਹਿਲੇ 15 ਸ਼ਲੋਕ ਨੇ, ਜਿਨ੍ਹਾਂ ਨੂੰ 3 ਦਿਨਾਂ ਵਿੱਚ ਡਿਵਾਈਡ ਕਰਕੇ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਇਹਨਾਂ ਵਿੱਚ ਖਿਆਲ ਇੱਕ ਹੀ ਹੈ। ਇੱਕ ਵਾਰੀ ਇਸ ਦੀ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਵਧੇਰੇ ਸਮਝ ਵਿੱਚ ਆਵੇ, ਪਰ ਕਿਉਂਕਿ ਵਕਤ ਦਾ ਤਕਾਜ਼ਾ ਹੈ, ਲਿਹਾਜ਼ਾ ਉਸ ਹਿਸਾਬ ਨਾਲ ਐਡਜਸਟਮੈਂਟ ਕਰਨੀ ਪੈਂਦੀ ਹੈ। ਸੋ ਆਓ ਅੱਜ ਵਿਚਾਰ ਪ੍ਰਾਰੰਭ ਕਰੀਏ। ਜਿਤਨੇ ਕੁ ਸਰੀਰ ਬੈਠੇ ਹੋ, ਮੇਰੀ ਸਨਿਮਰ ਹੱਥ ਜੋੜ ਕੇ ਬੇਨਤੀ ਹੈ, ਪ੍ਰੇਮੀਓ, ਵਿਚਾਰ ਗੁਰੂ ਕਿਰਪਾ ਅਤੇ ਸੰਗਤ ਦੀ ਅਸੀਸ ਨਾਲ ਹੀ ਨੇਪਰੇ ਚੜ੍ਹਦੀ ਹੈ। ਸੋ ਆਪ ਜੀ ਨੇ ਆਸੀਸ ਦੇਣੀ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ। ਸੋ ਆਓ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਪਿਆਰ ਨਾਲ ਗੁਰੂ ਮੰਤਰ ਦਾ ਉਚਾਰਨ ਕਰੀਏ ਤੇ ਆਖੀਏ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ, ਸਤਨਾਮ ਸ੍ਰੀ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਇ। ਸਾਧ ਸੰਗਤ ਬੜੇ ਧਿਆਨ ਨਾਲ ਬੇਨਤੀ ਨੂੰ ਸੁਣਿਓ। ਆਰੰਭਕ ਬੇਨਤੀ ਹੈ, ਤੁਸੀਂ ਮੋਟਰ ਤੇ ਜਾ ਰਹੇ ਹੋ, ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਹੈ ਜਾਂ ਫਰੈਂਡ ਦੇ ਘਰ ਜਾਣਾ ਹੈ, ਰਾਹ ਦਾ ਨਹੀਂ ਪਤਾ, ਪਹਿਲੀ ਵਾਰ ਜਾ ਰਹੇ ਹੋ। ਸਾਡੇ ਕੋਲ 2 ਹੀ ਤਰੀਕੇ ਨੇ, ਜਾਂ ਤਾਂ ਅਸੀਂ ਸਾਈਨ ਬੋਰਡ ਜਿਹੜੇ ਨੇ ਉਹਨਾਂ ਨੂੰ ਪੜ੍ਹਾਂਗੇ, ਅੰਡਰਸਟੂਡ ਕਰਾਂਗੇ, ਫੋਲੋ ਕਰਾਂਗੇ, ਜਾਂ ਫਿਰ ਆਪਣੇ ਫੋਨ ਵਿੱਚ ਅਸੀਂ ਮੈਪ ਦੇ ਉੱਤੇ ਆਪਣੀ ਮੰਜ਼ਿਲ ਫੀਡ ਕਰਾਂਗੇ। ਹੁਣ ਕੋਈ ਵਿਅਕਤੀ ਬਾਜ਼ਾਰ ਵਿੱਚੋਂ GPS ਤੇ ਲੈ ਆਵੇ, ਗਲੋਬਲ ਪੋਜੀਸ਼ਨਿੰਗ ਸਿਸਟਮ ਇੱਕ ਉਪਕਰਨ ਆ ਜਾਂਦਾ। ਹੁਣ ਤਾਂ ਜ਼ਰੂਰਤ ਨਹੀਂ, ਕਿਉਂਕਿ ਸਮਾਰਟਫੋਨ ਵਿੱਚ ਆਲਰੇਡੀ ਹੈ। ਅੱਛਾ, ਹੁਣ ਉਹਨੂੰ
ਸਾਨੂੰ ਫੀਡ ਕਰਨਾ ਵੀ ਆ ਗਿਆ, ਆਪਰੇਟ ਕਰਨਾ ਥੋੜਾ ਸਿੱਖ ਲਿਆ, ਉਹਦੇ 'ਚ ਅਸੀਂ ਮੰਜ਼ਿਲ ਆਪਣੀ ਫੀਡ ਕਰ ਸਕਨੇ ਆ। ਪਰ ਮੰਜ਼ਿਲ ਫੀਡ ਕਰਕੇ ਅੱਗੋਂ ਉਹਨੂੰ ਅੰਡਰਸਟੂਡ ਕਰਨਾ ਨਹੀਂ ਆਉਂਦਾ ਤੇ ਉਹ GPS ਸਾਨੂੰ ਮੰਜ਼ਿਲ ਤੇ ਨਹੀਂ ਲਿਜਾ ਸਕਦਾ। ਮੈਨੂੰ ਉਮੀਦ ਹੈ ਗੱਲ ਸਮਝ ਆ ਜਾਏਗੀ। ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਜਿਤਨੇ ਇੱਕ ਪ੍ਰੇਮੀ ਗੁਰੂ ਚਰਨਾਂ 'ਚ ਬੈਠੇ ਹੋ ਜ਼ਰੂਰ ਕੰਨ ਤੇ ਮਨ ਦਾਸ ਵੱਲ ਦਿਆ ਜੇ। ਗੁਰਬਾਣੀ ਮਾਰਗਦਰਸ਼ਕ ਹੈ। ਬਿਲਕੁਲ ਸੌਖਾ ਕਹਿਣਾ ਹੋਵੇ ਤੇ ਜਿਸ ਤਰ੍ਹਾਂ ਮੀਲ ਪੱਥਰ ਹੁੰਦੇ ਸਨ, ਮੀਲ ਪੱਥਰ ਤੇ ਸਾਹਮਣੇ ਵਾਲੇ ਸ਼ਹਿਰ ਦਾ ਨਾਂ ਤੇ ਡਿਸਟੈਂਸ ਲਿਖੀ ਹੁੰਦੀ ਸੀ, ਇਤਨੇ ਕਿਲੋਮੀਟਰ ਹੈ। ਹੁਣ ਮਨੁੱਖ ਅਨੁਮਾਨ ਲਗਾ ਲੈਂਦਾ ਸੀ ਵੀ ਇਤਨੇ ਕਿਲੋਮੀਟਰ ਦਾ ਬੰਦ ਜਿਹੜਾ ਮੈਂ ਇੰਨੇ ਸਮੇਂ 'ਚ ਤੈਅ ਕਰ ਲਾਂਗਾ, ਇਤਨਾ ਕੁ ਮੇਰੀ ਗੱਡੀ ਵਿੱਚ ਫਿਊਲ ਹੈਗਾ, ਮੈਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਪਰ ਜੇ ਕੋਈ ਵਿਅਕਤੀ ਮੀਲ ਪੱਥਰ ਵੀ ਨਾ ਪੜ੍ਹ ਸਕੇ ਔਰ ਪੜ੍ਹ ਸਕੇ ਤੇ ਅੰਡਰਸਟੂਡ ਨਾ ਕਰ ਸਕੇ, ਅੰਡਰਸਟੂਡ ਕਰ ਸਕੇ ਤੇ ਫੋਲੋ ਨਾ ਕਰ ਸਕੇ, ਤੇ ਫਿਰ ਮੀਲ ਪੱਥਰ ਉਹਦਾ ਕੋਈ ਸਵਾਰ ਨਹੀਂ ਸਕਦੇ। ਗੁਰਬਾਣੀ ਸਭ ਤੋਂ ਪਹਿਲਾਂ ਅਸੀਂ ਪੜ੍ਹਨੀ ਹੈ ਤਾਂ ਕਿ ਸਾਨੂੰ ਸਮਝ ਵਿੱਚ ਆ ਜਾਏ। ਔਰ ਜਿਹੜੀ ਅਸੀਂ ਕਥਾ ਕਰਨੀ ਹੈ, ਮੈਂ ਬੇਨਤੀ ਕਰਦੇ ਹਾਂ ਨਿਰਾਸ਼ ਨਾ ਹੋਇਓ, ਗੁਰਬਾਣੀ ਦੀ ਕਥਾ ਮੰਜ਼ਿਲ ਨਹੀਂ ਹੈ। ਜਿਤਨਾ ਮਰਜੀ ਕੋਈ ਵੱਡਾ ਕਥਾਵਾਚਕ ਬਣ ਜਾਏ, ਕੋਈ ਸਾਰੀ ਉਮਰ ਕਥਾ ਸੁਣ ਲਵੇ, ਕਥਾ ਕਰਨੀ ਤੇ ਕਥਾ ਸੁਣਨੀ ਮੰਜ਼ਿਲ ਬਿਲਕੁਲ ਨਹੀਂ ਹੈ। ਇਹ ਸਿਰਫ ਮੰਜ਼ਿਲ ਦੀਆਂ ਗੱਲਾਂ ਨੇ। ਰਸਤੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਸਪੀਡ ਬ੍ਰੇਕਰ ਆਉਣਗੇ, ਆਸਾ ਤ੍ਰਿਸ਼ਨਾ ਦੀਆਂ ਘਾਟੀਆਂ। ਗੁਰਬਾਣੀ ਸਾਨੂੰ ਅਵੇਅਰ ਕਰਦੀ ਹੈ, ਮੰਜ਼ਿਲ ਨਹੀਂ ਹੈ। ਮਾਰਗਦਰਸ਼ਨ ਕਰਦੀ ਹੈ, ਰਸਤਾ ਦੱਸਦੀ ਹੈ, ਉਤਸ਼ਾਹ ਵੀ ਦਿੰਦੀ ਹੈ, ਕਿਤੇ ਕਿਤੇ ਖਬਰਦਾਰ ਵੀ ਕਰਦੀ ਹੈ ਵੀ ਉੱਥੇ ਕਰਕੇ ਡਾਕੂ ਖੜੇ ਹੁੰਦੇ ਨੇ ਜੰਗਲ 'ਚ, ਉਹਨਾਂ ਤੋਂ ਬਚਣਾ ਹੈ। ਕਿਤੇ ਕਿਤੇ ਹਲਾਸ਼ੇਰੀ ਵੀ ਦਿੰਦੀ ਹੈ ਵੀ ਨਹੀਂ, ਕੋਈ ਨਹੀਂ, ਨਿਕਲ ਜਾਓ, ਤੁਹਾਡੇ ਤੋਂ ਪਹਿਲਾਂ ਕਈ ਬਚ ਕੇ ਨਿਕਲ ਗਏ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਸਾਈਨ ਬੋਰਡ ਨੂੰ ਪੜ੍ਹਨਾ ਸਿੱਖੀਏ, ਸਾਈਨ ਬੋਰਡ ਨੂੰ ਸਮਝਣਾ ਸਿੱਖੀਏ। ਬਾਕੀ ਗੱਲਾਂ ਤੇ ਬਾਅਦ ਦੀਆਂ ਨੇ। ਅਜੇ ਤੇ ਕਮਿਊਨਿਟੀ ਇੱਥੇ ਬੈਠੀ ਹੈ ਵੀ ਸਾਈਨ ਬੋਰਡ ਨੂੰ ਪੜ੍ਹਨ ਲੱਗਿਆ ਮਤਭੇਦ ਹੋ ਜਾਂਦੇ ਨੇ, ਇਹ ਪੰਕਤੀ ਇੱਦਾਂ ਨਹੀਂ ਪੜ੍ਹਨੀ, ਇੱਦਾਂ ਪੜ੍ਹਨੀ। ਫਿਰ ਅੰਡਰਸਟੂਡ ਕਰਨ ਲੱਗਿਆ ਮਤਭੇਦ ਹੋ ਜਾਂਦਾ, ਇਹ ਫਲਾਣੀ ਸੰਪਰਦਾ ਵਾਲੇ ਨੇ ਇੱਦਾਂ ਕਹਿੰਦੇ ਨੇ, ਅਸੀਂ ਇੱਦਾਂ ਕਹਿੰਦੇ, ਅਸੀਂ ਇਹਨਾਂ ਨਾਲ ਸਹਿਮਤ। ਅਜੇ ਤੇ ਅਸੀਂ ਇੱਥੇ ਉਲਝੇ ਹੋਏ ਹਾਂ। ਫਰੀਦ ਸਾਹਿਬ ਸਾਡਾ ਮਾਰਗਦਰਸ਼ਨ ਕਰਦੇ ਨੇ। ਕੀ ਕਹਿ ਰਹੇ ਨੇ? ਫਰੀਦਾ ਕਾਲੀ ਜਿਨੀ ਨਾ ਰਾਵਿਓ। ਤਿੰਨ ਤਰ੍ਹਾਂ ਦੇ ਅਰਥ ਨੇ ਗੁਰਬਾਣੀ ਵਿੱਚ ਮੋਟੇ ਮੋਟੇ। ਇੱਕ ਪਦ ਅਰਥ, ਇੱਕ ਸਰਲ ਅਰਥ, ਇੱਕ ਭਾਵ ਅਰਥ। ਪਦ ਅਰਥ ਹੋਰ ਹੁੰਦੇ ਨੇ, ਭਾਵ ਅਰਥ ਹੋਰ ਹੁੰਦੇ ਨੇ। ਹੁਣ ਜਿਸ ਤਰ੍ਹਾਂ ਕਾਲੀ ਜਿਨੀ ਨਾ ਰਾਵਿਆ, ਕਾਲੀ ਦੇ ਅਰਥ ਨੇ ਦਾੜੀ ਕਾਲੀ, ਇਹ ਪਦ ਅਰਥ ਨੇ। ਤੇ ਭਾਵ ਅਰਥ ਕੀ ਨੇ? ਜਵਾਨੀ। ਜਿਨ੍ਹਾਂ ਨੇ ਜਵਾਨੀ ਵਿੱਚ ਪ੍ਰਮਾਤਮਾ ਨੂੰ ਨਹੀਂ ਮਾਣਿਆ, ਜਵਾਨੀ ਦਾ ਸਮਾਂ ਲੰਘ ਗਿਆ, ਸੰਗਤ ਵਿੱਚ ਨਹੀਂ ਆਏ, ਭਜਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਅੱਛੇ ਕੰਮ ਨਹੀਂ ਕੀਤੇ। ਫਾਰ ਐਗਜ਼ਾਮਪਲ ਫਰੀਦਾ ਕਾਲੀ ਜਿਨੀ ਨਾ ਰਾਵਿਆ, ਜਿਨ੍ਹਾਂ ਨੇ ਜ਼ਬਾਨੀ ਵਿੱਚ ਉਸ ਪਰਮੇਸ਼ਵਰ ਨੂੰ ਕਾਲੇ ਕੇਸਾਂ ਦੇ ਹੁੰਦਿਆਂ, ਜਿਨ੍ਹਾਂ ਨੇ ਪਤੀ ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਜਵਾਨੀ ਲੰਘ ਗਈ। ਉਹਨਾਂ ਵਿੱਚੋਂ ਕੋਈ ਵਿਰਲਾ ਧੌਲੇ ਆਇਆ, ਭਾਵ ਬਿਰਧ ਹੋਇਆ, ਰੱਬ ਨੂੰ ਯਾਦ ਕਰਦਾ ਹੈ। ਜਵਾਨੀ ਜਿਨ੍ਹਾਂ ਦੀ ਲੰਘ ਗਈ, ਇਹੀ ਕਾਰਨ ਹੈ ਕਿ ਜਦੋਂ ਸ਼ੇਖ ਸਾਹਿਬ ਜਵਾਨ ਨੇ, ਉਮਰ ਅਗਲੇ ਢਾਲੇ ਪੈ ਗਈ ਏ, ਵਿਆਹ ਦੀਆਂ ਗੱਲਾਂ ਘਰ ਵਿੱਚ ਹੁੰਦੀਆਂ ਨੇ, ਸ਼ਾਦੀ ਦੀਆਂ ਗੱਲਾਂ ਹੁੰਦੀਆਂ ਨੇ, ਆਪ ਜੀ ਥੋੜੀ ਟਾਲ ਮਟੋਲ ਕਰਦੇ ਨੇ, ਕਿਆ ਬਾਤ ਹੈ। ਤਾਂ ਫਿਰ ਲੋਕ ਕਹਿੰਦੇ ਨੇ ਜਵਾਨੀ ਟਲ ਜਾਏਗੀ, ਤੇ ਹਜ਼ੂਰ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਮੇਰੀ ਜਵਾਨੀ ਚਲੀ ਜਾਏ, ਲੰਘ ਜਾਏ, ਕੋਈ ਹਰਜ ਨਹੀਂ, ਪਰ ਮੇਰੀ ਵਾਹਿਗੁਰੂ ਨਾਲੋਂ ਪ੍ਰੀਤ ਜਿਹੜੀ ਹੈ ਉਹ ਨਾ ਟੁੱਟੇ। ਇਹ ਅਰਦਾਸ ਹੈ। ਹੁਣ ਤੁਸੀਂ ਵੇਖਿਆ, ਮੈਂ ਜਿਹੜੀ ਗੱਲ ਨੂੰ ਤੁਹਾਨੂੰ ਹਮੇਸ਼ਾ ਅਵੇਅਰ ਕਰਨਾ ਵਾ, ਇੱਕ ਛੋਟੀ ਜਿਹੀ ਮਿਸਟੇਕ ਪੂਰੇ ਮਾਹੌਲ ਨੂੰ ਡਿਸਟਰਬ ਕਰ ਦਿੰਦੀ ਹੈ। ਪਰ ਇਹਨਾਂ ਜ਼ਰੂਰ ਕਿਹਾ ਵੀ ਛਾਨਣਾ ਲੱਗ ਜਾਂਦਾ ਹੈ, ਫਿਰ ਘੱਟ ਆਉਂਦੇ ਨੇ। ਅਸਲ ਉਮਰ ਜਵਾਨੀ ਦੀ ਹੈ। ਇਸ ਲਈ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਸ਼ੇਖ ਸਾਹਿਬ ਕਹਿੰਦੇ ਨੇ, ਇਹ ਫਰੀਦ ਤੂੰ ਸਾਈਂ ਪ੍ਰਭੂ ਨਾਲ ਪਿਆਰ ਕਰ, ਇਹ ਪਿਆਰ ਨਿਤ ਨਵਾਂ ਰਹੇਗਾ। ਤੇ ਦੁਨੀਆ ਦੀ ਪੋਟਲੀ ਵਾਲਾ ਪਿਆਰ ਤਾਂ ਸਰੀਰ ਸ਼ਾਖ ਪੱਕਣ ਤੇ ਟੁੱਟ ਹੀ ਜਾਂਦਾ ਹੈ। ਉਹ ਪਿਆਰ ਕਰ ਜਿਹੜਾ ਹਮੇਸ਼ਾ ਨਾਲ ਨਿਭਣ ਵਾਲਾ ਹੈ। ਉਹ ਪਿਆਰ ਪਰਮਾਤਮਾ ਦਾ ਪਿਆਰ ਹੈ। ਇਹ ਸ਼ਲੋਕ ਜਿਹੜਾ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਕੋਲ ਆਇਆ, ਕਿਉਂਕਿ ਬਾਣੀ ਗੁਰੂ ਨਾਨਕ ਸਾਹਿਬ ਆਪਣੀ ਲਿਖ ਲੈਂਦੇ ਸਨ, ਭਗਤਾਂ ਦੀ ਬਾਣੀ ਵੀ ਪਹਿਲੇ ਪਾਤਸ਼ਾਹ ਨੇ ਸਾਧ ਸੰਗਤ ਜੀ ਇਕੱਠੀ ਕੀਤੀ, ਵੱਖ ਵੱਖ ਥਾਵਾਂ ਤੇ ਭਰਮਣ ਕਰਕੇ ਗੁਰਮੁਖ ਖੋਜਤ ਭਏ ਉਦਾਸੀ। ਇਹਨਾਂ ਗੁਰਮੁਖਾਂ ਨੂੰ ਲੱਭਦੇ ਲੱਭਦੇ ਮਹਾਰਾਜ ਉਦਾਸੀਆਂ ਤੇ ਨਿਕਲੇ ਸਨ। ਤੋਂ ਪ੍ਰੇਮੀਓ, ਫਿਰ ਗੁਰੂ ਨਾਨਕ ਸਾਹਿਬ ਨੇ ਆਪਣੀ ਤੇ ਭਗਤਾਂ ਦੀ ਬਾਣੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤੀ। ਔਰ ਦੂਜੇ ਪਾਤਸ਼ਾਹ ਨੇ ਇਹ ਸਾਰੀ ਬਾਣੀ ਭਗਤਾਂ ਦੀ, ਗੁਰੂ ਨਾਨਕ ਦੀ, ਆਪਣੇ 62 ਸ਼ਲੋਕ ਸ੍ਰੀ ਅਮਰਦਾਸ ਨੂੰ ਸਮਰਪਿਤ ਕੀਤੇ। ਦੇਖੋ, ਦੋ ਗੱਲਾਂ ਨੇ, ਇੱਕ ਤੇ ਬਾਣੀ ਗੁਰੂ ਅਮਰਦਾਸ ਕੋਲ ਮੌਜੂਦ ਸੀ, ਤੇ ਦੂਸਰੀ ਗੱਲ ਉਹ ਰੋਜ਼ ਇਸ ਬਾਣੀ ਦਾ ਪਾਠ ਕਰਦੇ ਸਨ।
पाठ करदियां करदियां श्लोक पढ़िया, फरीदा काली जिनी ना राविओ, काली जिनी ना राविया धौली रावे कोए, कर साई स्यों पिरहड़ी रंग नवेला होए। ते जो इशारे मात्र गल कीती सी ना फरीद साहब ने, इशारे मात्र, ਉਹਨੂੰ ਫਿਰ ਥੋੜਾ ਜਿਹਾ ਖੋਲ ਦਿੱਤਾ। ਇਹ ਨਹੀਂ ਵੀ ਫਰੀਦ ਸਾਹਿਬ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਸੀ ਤੇ ਗੁਰੂ ਅਮਰਦਾਸ ਨੇ ਉਹਨੂੰ ਦਰੁਸਤ ਕੀਤਾ, ਨਹੀਂ ਨਹੀਂ, ਗਲਤ ਚੀਜ਼ ਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੀ ਨਹੀਂ ਸੀ ਹੋ ਸਕਦੀ। ਗੁਰੂ ਨਾਨਕ ਸਾਹਿਬ ਨੇ ਲਿਖ ਕੇ ਨਹੀਂ ਸੀ ਲਿਆਉਣੀ, ਉਹਦੀ ਜ਼ਰੂਰਤ ਕੀ ਹੈ ਵੀ ਪਹਿਲਾਂ ਗਲਤ ਕੋਈ ਕਾਵਿ ਰੂਪ ਲੈ ਕੇ ਆਵੋ ਤੇ ਫਿਰ ਉਹਨੂੰ ਦਰੁਸਤ ਕਰੋ, ਇਹਦੀ ਜ਼ਰੂਰਤ ਕੀ ਹੈ? ਕਿਹੜੀ ਵੇਲੇ 'ਚ ਬਾਂਹ ਆਈ ਹੈ? ਚਾਰ ਭਗਤ ਲਾਹੌਰ ਤੋਂ ਆਏ ਸਨ ਵੀ ਸਾਡੀ ਵੀ ਰਚਨਾ ਲਿਖੋ, ਮਹਾਰਾਜ ਨੇ ਸਰਵਣ ਕਰਨ ਤੋਂ ਬਾਅਦ ਇਨਕਾਰ ਕਰ ਦਿੱਤਾ ਸੀ। ਇਹ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮੈਚ ਨਹੀਂ ਕਰਦੀ, ਲਿਹਾਜ਼ਾ ਇਹ ਪੋਥਾ ਸਾਹਿਬ ਵਿੱਚ ਦਰਜ ਨਹੀਂ ਕੀਤੀ ਜਾ ਸਕਦੀ। ਇਸ ਲਈ ਐਸਾ ਨਹੀਂ ਵੀ ਫਰੀਦ ਸਾਹਿਬ ਕੁਝ ਗਲਤ ਕਹਿ ਰਹੇ ਨੇ ਤੇ ਗੁਰੂ ਅਮਰਦਾਸ ਨੇ ਉਹਨੂੰ ਫਿਰ ਦਰੁਸਤ ਕਰ ਦਿੱਤਾ, ਨਹੀਂ। ਫਰੀਦ ਸਾਹਿਬ ਨੇ ਜਿਹੜੀ ਗੱਲ ਇਸ਼ਾਰੇ ਮਾਤਰ ਕੀਤੀ ਸੀ, ਉਹ ਇਸ਼ਾਰਾ ਹਰੇਕ ਦੀ ਸਮਝ ਵਿੱਚ ਨਹੀਂ ਆਉਂਦਾ। ਕਿਆ ਬਾਤ ਹੈ। ਫਿਰ ਹਜ਼ੂਰ ਨੇ ਉਹਦਾ ਖੁਲਾਸਾ ਕੀਤਾ, ਕਹਿਣ ਲੱਗੇ ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਫਰੀਦ ਜੀ, ਪਰਮਾਤਮਾ ਉਦੋਂ ਵੀ ਪ੍ਰਾਪਤ ਹੋ ਸਕਦਾ ਹੈ ਜਦੋਂ ਕੇਸ ਕਾਲੇ ਹੋਣ, ਤੇ ਪਰਮਾਤਮਾ ਉਦੋਂ ਵੀ ਪ੍ਰਾਪਤ ਹੋ ਸਕਦਾ ਹੈ ਜਦੋਂ ਕੇਸ ਧੌਲੇ ਭਾਵ ਚਿੱਟੇ ਹੋ ਜਾਣ। ਯਾਨੀ ਉਹ ਜਵਾਨੀ ਵਿੱਚ ਵੀ ਮਿਲ ਸਕਦਾ ਹੈ, ਉਹ ਬੁਢੇਪੇ ਵਿੱਚ ਵੀ ਮਿਲ ਸਕਦਾ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਆਪਣਾ ਅਨੁਭਵ ਹੈ। ਇਤਿਹਾਸਕਾਰ ਕਹਿੰਦੇ ਨੇ ਵੀ ਹਜ਼ੂਰ ਦੀ 62 ਸਾਲ ਦੀ ਉਮਰ ਸੀ ਜਦੋਂ ਮਹਾਰਾਜ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ। ਤੇ ਸਾਧ ਸੰਗਤ, ਅਸੀਂ ਤੁਸੀਂ ਸਾਰੇ 60 ਸਾਲਾਂ ਦੇ ਨੂੰ ਬਜ਼ੁਰਗ ਕਹਿੰਦੇ ਆ, 60 ਕੇ ਬੁਢੇਪਾ, 60 ਸਾਲ ਤੋਂ ਵੀ 2 ਸਾਲ ਉੱਤੇ ਉਮਰ ਦੱਸੀ ਦੀ ਹੈ। ਆਪ ਜੀ ਕਹਿਣ ਲੱਗੇ ਵੀ ਮੈਂ ਤੇ 62 ਸਾਲ ਦੀ ਉਮਰ ਵਿੱਚ ਆਇਆ, 12 ਸਾਲ ਸਿੱਖੀ ਕਮਾਈ ਤੇ 74 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ। ਔਰ ਫਿਰ ਲੋਕੀ ਕਹਿੰਦੇ ਨੇ 60-65 ਸਾਲ ਤੋਂ ਬਾਅਦ ਬੰਦਾ ਨਕਾਰਾ ਹੈ, ਤੇ ਮੈਂ 74 ਸਾਲ ਤੋਂ ਲੈ ਕੇ ਫਿਰ ਅੱਗੇ 90 ਸਾਲ ਤੋਂ ਵੀ ਅੱਗੇ ਲੰਘ ਗਿਆ। ਗੁਰਤਾ ਗੱਦੀ ਦੀ ਸੇਵਾ ਕਰਦਿਆਂ ਹੋਇਆਂ ਸਾਬਤ ਕਰ ਦਿੱਤਾ ਵੀ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਪ੍ਰੀਤ ਪਿਆਰ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਪਿਆਰ ਹੈ, ਉਹ ਕਦੀ ਬੁੱਢੇ ਹੁੰਦੇ ਹੀ ਨਹੀਂਗੇ, ਉਹ ਜਵਾਨ ਰਹਿੰਦੇ ਨੇ, ਚੜ੍ਹਦੀ ਕਲਾ 'ਚ ਰਹਿੰਦੇ ਨੇ। ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਉਮਰ ਵੇਖੋ, ਉਹਨਾਂ ਦੀ ਸ਼ਹਾਦਤ ਵੇਲੇ ਬਜ਼ੁਰਗੀ ਅਵਸਥਾ ਹੈ, ਸੁਪਰ ਸੀਨੀਅਰ ਜਿਹਨੂੰ ਤੁਸੀਂ ਕਹਿੰਦੇ ਹੋ, ਪਰ 18 ਸੇਰ ਦਾ ਖੰਡਾ ਵਾਹਿਆ, ਵੱਡੇ ਵੱਡੇ ਜਰਨੈਲ ਜਿਹੜੇ ਨੇ ਉਹਨਾਂ ਨੂੰ ਮਾਤ ਪਾ ਦਿੱਤਾ, ਸਾਬਤ ਕਰ ਦਿੱਤਾ ਗੁਰਮੁਖ ਬੁੱਢੇ ਕਦੇ ਨਹੀਂ। ਸੁਰਤ ਬੁੱਢੀ ਤਾਂ ਹੁੰਦੀ ਹੈ ਜਦੋਂ ਇਹ ਭੈੜੇ ਫੁਰਨਿਆਂ ਵਾਲੇ ਪਾਸੇ ਜਾਂਦੀ ਹੈ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਪਰਮਾਤਮਾ ਉਦੋਂ ਵੀ ਪ੍ਰਾਪਤ ਹੋ ਸਕਦਾ ਹੈ ਜਦੋਂ ਦਾੜਾ ਕਾਲਾ, ਕੇਸ ਕਾਲੇ ਹੁੰਦੇ ਨੇ। ਪਰਮਾਤਮਾ ਉਦੋਂ ਵੀ ਮਿਲ ਸਕਦਾ ਜਦੋਂ ਕੇਸ ਧੌਲੇ ਹੋ ਜਾਂਦੇ ਨੇ, ਸਫੈਦ ਹੋ ਜਾਂਦੇ ਨੇ। ਉਹ ਇਹ ਨਹੀਂ ਕਹਿੰਦਾ ਵੀ ਤੂੰ ਦੇਰ ਨਾਲ ਆਇਆ ਤੇ ਹੁਣ ਮੈਂ ਤੈਨੂੰ ਪ੍ਰਾਪਤ ਨਹੀਂ ਹੋਣਾ, ਪਰ ਨਾਲ ਲਿਖਿਆ ਹੈ ਜੇ ਕੋ ਚਿੱਤ ਕਰੇ, ਜੇ ਕੋਈ ਸੁਰਤ ਇਸ ਪਾਸੇ ਜੋੜੇ, ਜੇ ਕੋਈ ਚਿੱਤ ਨੂੰ ਇਸ ਪਾਸੇ ਜੋੜੇ। ਤੋ ਇਹ ਸ਼ਲੋਕ ਉੱਪਰਲੇ ਹੀ ਸ਼ਲੋਕ ਦੀ ਵਿਆਖਿਆ ਹੈ। ਬੁਢਾਪੇ ਵਿੱਚ ਕਿਉਂ ਪ੍ਰਭੂ ਨੂੰ ਮਿਲਣਾ ਔਖਾ ਹੋ ਜਾਂਦਾ ਹੈ? ਇਸ ਲਈ ਕਿ ਜਵਾਨੀ ਵਿੱਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿੱਚ ਬੰਦਗੀ ਵੱਲ ਪਰਤਣਾ ਔਖਾ ਹੋ ਜਾਂਦਾ, ਇਹ ਵਜ੍ਹਾ ਹੁੰਦੀ ਹੈ। ਜਵਾਨੀ 'ਚ ਨਹੀਂ ਆਏ, ਕੁਝ ਆਦਤਾਂ ਪੱਕ ਗਈਆਂ, ਹੈਪਚਲ ਹੋ ਗਏ, ਫਿਰ ਉਹ ਸੰਸਕਾਰ ਬਣ ਗਏ। ਜਦੋਂ ਸੰਸਕਾਰ ਬਣ ਗਏ ਹੁਣ ਛੱਡਣੇ ਔਖੇ ਨੇ। ਇਸ ਵਾਸਤੇ ਕਿਹਾ ਵੀ ਬੁਢਾਪੇ ਵਿੱਚ ਕਰਨੀ ਔਖੀ ਹੈ, ਕਿਉਂਕਿ ਜਿਹੜੀਆਂ ਭੈੜੀਆਂ ਆਦਤਾਂ ਪੈ ਜਾਂਦੀਆਂ ਨੇ ਉਹ ਫਿਰ ਬਚਪਨ ਦੀਆਂ, ਫਿਰ ਟੀਨੇਜਰ ਹੋਇਆ, ਫਿਰ ਜਵਾਨ ਹੋਇਆ, ਫਿਰ ਅਧਖੜ ਹੋਇਆ, ਫਿਰ ਉਹ ਬੁਢਾਪੇ ਵਿੱਚ ਛੱਡਣੀਆਂ ਔਖੀਆਂ ਹੋ ਜਾਂਦੀਆਂ। ਫਿਰ ਅਸੀਂ ਆਪਣੇ ਆਪ ਨੂੰ ਬਰੀ ਕਰਨ ਲਈ ਕਹਿ ਦਿੰਦੇ ਹਾਂ ਵੀ ਆਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਜਾਂ ਅਸੀਂ ਕਹਿ ਦਿੰਦੇ ਹਾਂ ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ, ਜੀ ਆਪਣੇ ਆਪ ਨੂੰ ਬਰੀ ਜੂ ਕਰਨਾ ਹੋਇਆ। ਤਾਂ ਸੱਚਾਈ ਹੈ ਵੀ ਜਿਹੜੀਆਂ ਜਵਾਨੀ ਵਿੱਚ ਆਦਤਾਂ ਪੈ ਜਾਂਦੀਆਂ ਨੇ ਉਹਨਾਂ ਨੂੰ ਬੁਢਾਪੇ ਵਿੱਚ ਛੱਡਣਾ ਆਸਾਨ ਨਹੀਂ ਹੁੰਦਾ, ਛੱਡੀਆਂ ਜਾ ਸਕਦੀਆਂ। ਤੀਰਥ ਯਾਤਰਾ ਕਰਨ ਜਾਣ ਦੀ ਮਹਾਰਾਜ ਦੀ ਆਦਤ ਸੀ ਗੁਰੂ ਅਮਰਦਾਸ ਦੀ, ਪਰ ਗੁਰੂ ਘਰ ਵਿੱਚ ਆ ਕੇ ਉਹਨਾਂ ਨੇ ਛੱਡ ਦਿੱਤਾ। ਇਸ ਵਾਸਤੇ ਸਤਿਗੁਰੂ ਕਿਰਪਾ ਕਰ ਰਹੇ ਨੇ ਤੇ ਕਹਿੰਦੇ ਨੇ ਬੇਸ਼ੱਕ ਕੋਈ ਤਾਂ ਕਰਕੇ ਵੇਖ ਲੈ, ਇਹ ਪਿਆਰ ਆਪਣਾ ਲਾਇਆ ਨਹੀਂ ਲੱਗਦਾ। ਕਿਵੇਂ ਲੱਗਦਾ ਹੈ? ਤੇ ਫਿਰ ਹਜ਼ੂਰ ਕਹਿੰਦੇ ਨੇ ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈਂਦੇ। ਇਹ ਪਿਆਰ ਰੂਪ ਪਿਆਲਾ ਤਾਂ ਮਾਲਕ ਦਾ ਆਪਣਾ ਹੈ, ਜਿਸ ਨੂੰ ਦੇਣ ਦੀ ਮਰਜ਼ੀ ਹੁੰਦੀ ਹੈ ਦੇ ਦਿੰਦਾ। ਇਸ ਵਾਸਤੇ ਸਾਧ ਸੰਗਤ ਇਹ ਸ਼ਲੋਕਾਂ ਨੂੰ ਪੜ੍ਹ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਵੀ ਅਸੀਂ ਤੇ ਬਿਰਧ ਹੋ ਗਏ ਹਾਂ। ਤੇ ਫਰੀਦ ਸਾਹਿਬ ਨੇ, ਸ਼ੇਖ ਸਾਹਿਬ ਨੇ ਕਿਹਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ। ਫਿਰ ਬੁਢਾਪੇ ਵਿੱਚ ਤੇ ਕੋਈ ਵਿਰਲਾ ਹੀ ਪਰਤਦਾ ਹੈ, ਤੇ ਮੈਂ ਉਹਨਾਂ ਵਿਰਲਿਆਂ ਵਿੱਚੋਂ ਨਹੀਂ। ਚਲੋ ਛੱਡੋ ਹੁਣ, ਨਹੀਂ। ਜੈਸੇ ਨਾਉ ਬੂढ़त ਹੈ ਜੋਈ ਨਿਕਸੈ ਸੋਈ ਭਲੋ, बूढ़ गए पाछे पछतायो रह जात है। जैसे चोर लागे जागे जोई बचे सोई भलो, सोए रहे रीतो घर देखे उठ प्रात है। ऐसा भाई गुरदास जी। जैसे घर लागे आग, अग लग जाए बंदा वेसला होके सुता, अग तो बहुत लग गई हुण मेरे तो बुझनी नहीं,
भाई साहब कहते ने जे जाग के पानी डोलन लग पे कुछ ना कुछ बच जाएगा, नहीं तो जर बुझे पाछे कछ बस ना बसात है। तैसे अंतकाल गुर चरण शरण आवे पावे मोख पदवी नातर बिरलाद है। तीन उदाहरण दित्तियां। तुसीं किसी कश्ती च बैठे हो, बेड़ी च बैठे हो, बेड़ी का प्रवाह चल रहा है तो अचानक छल आई है तो वो पानी आ गया, बेड़ी डुबन लग गई है। हुण आर पार करना चाहिए, रौला पाना चाहिए, छलांग थले मार के हथ पैर मारने चाहिए, हो सकता बच जाइए। जे बई हौसला छड़ दईए, नैन प्रैन काम ना करन, वो ही बैठे रहिए, फिर डुब जाइए। आर पार करना चाहिए। जे जिंदगी की बेड़ी भवसागर च डुब रही है, सारी उम्र बंदगी नहीं की, नाम नहीं जपिया, अंत समा बिल्कुल नेड़े आ गया, तो भाई हुण भी कुछ ना कुछ आर पार कर लेना चाहिए। हो सकता हथ पैर मारिया भवसागर तो पार हो ही जाइए। ये मैसेज है। अग लग गई है और बहुत भवादे अग, भयानक अग है, और बंदा सोचे भी अग की मिकदार बहुत वध गई है, हुण तो मेरे तो बुझनी नहीं, छड्डो परां। भाई साहब कहते ने नहीं, बाल्टियां लिया लिया के पानी दियां डोल, जो बचेगा वही सही। जे तू बैठा रहा हथां ते हथ धर के, तो सवेर तक तेरा सारा घर राख हो जाना, सुआह हो जाना। चोर लग गए ने, उन्हें गठड़ियां बन लईयां ने, पंडा बन लईयां ने, एक ने पंड चुक लई है, दूजा चुकन डिया है, तीजा बाहर निकल गया है। भाई साहब कहते ने रौला पा। हो सकता नगर विचों कोई एक दो सज्जण जागदे होण, इकट्ठे हो जाण, ते चोर गलियां दे विच ही, कूचियां दे विच ही तेरियां पंडा बन के भज जाण, ते तेरा समान तेरे हथ आ जाए। ते जे तू सुता रहा फिर तेरे हथ कुछ नहीं आना। सोए रहे रीतो कर देखै, उठ परात रीतो कहते खाली नूं, जिवें बाणी विच भी हुंदा रीते भरे भरे सखनावे यह तां को विभार है। तैसे अंत काल गुर चरण शरण आवे। इस प्रकार जे जिंदगी का ज्यादा हिस्सा लंघ गया है, थोड़ा हिस्सा रह गया है, बुढ़ेपा आ गया है, पहली उम्र गुरुद्वारे नहीं गए, नाम नहीं जपिया, बाणी नहीं पढ़ी, मन लिया, समा थोड़ा बचा तो बंदा कहे जी मैं तो बहुत पापी हाँ, मैं तो सारी उम्र चंगा काम नहीं किया, हुण की फायदा है। भाई साहब कहते हैं भाई हुण भी फायदा है, हुण भी आ जा। असीं तो कह दें 900 चूहे खा के बिल्ली हज नूं, मैं कहना वा भाई 900 खा के हज नूं चली गई, 1000 पूरा नहीं किया, ये भी वधिया गल है। जिहड़ी 900 खा के भी अजे हज नूं नहीं गई, उहदे नालों ते बैटर है ना। तुसीं किन्ने भी दूर निकल जाओ, वापस आ जाओ, प्रभु निराश नहीं करता। उन्हें बिल्कुल सादा जी एग्जाम्पल दी है, लकड़ां दा ढेर भावें आकाश नूं छूंहदा होवे, उन्नियां माचिसां नहीं लियाउणियां पैंदियां अग लाउण लई, इक्को माचिस काफ़ी है, इक्को ही सीख कड्ढनी है, रगड़नी है ते लगानी है। लकड़ां दा जिड्डा मर्जी वड्डा ढेर है, सब सुआहा। पापां दे अंबार भावें पहाड़ नुमा होण, बंदगी दी छोटी जी चिंगारी सारे पापां नूं साड़ के सुआह कर दिंदी। इसलिए तैनूं परतना चाहिए। फरीदा काली धौली साहिब सदा है, भाई वो जवानी च भी है, बुढ़ेपे च भी मिल सकता है, पर जे को चित करे। नाले भी आख्या अपना लाया पिरम ना लगी, प्रभु नाल प्रेम अपना लाया नहीं लगता, फिर असीं बह रहीए भी जदों वो लाएगा उदों लगेगा नहीं। ये भी एक मैसेज है। देखो दो गल्लां ने गुरमुखो, एक है कोशिश, दूजा है बख्शिश। पहला वो बख्शिश होगी फिर असीं तुरांगे, एक तो यह है। एक यह है भी पहला कोशिश फिर बख्शिश। महाराज कहते हैं बख्शिश तो बिना नाम नहीं जपिया जा सकता, फिर असीं वेट करिए जिस दिन बख्शिश होगी फिर शुरू करांगे। हुण कन्फ्यूजन यह है भी की करिए, पहला कर्म शुरू करिए कि पहला बख्शिश आवे तो फिर कर्म शुरू करिए। तो मैं उत्तर देना भी असीं कर्म शुरू कर दईए, कर्म तो करना पैना है। बख्शिश का फिर की रोल रह गया? बख्शिश का यह रोल है भी तेरे कर्म सार्थक उदन होणगे जिदन उहदी बख्शिश हुई, शुरू पहले ही कर देना। प्रयास कोशिश, प्रयास जमा अरदास बराबरे प्रसाद। कोशिश भी करनी है, ਉਹਦੀ फिर रहमत होगी, और जो दो चीज़ों का संगम होगा उदों की रहमत की बरसात भी होगी। इसलिए अपना लाया पिरम ना लग गई, जे लोचै सब कोए, ए पिरम प्याला नाम रूपी प्याला खसम का जै पावै तैंदे। तुसीं कदी किसी नूं ये प्याला पींदे हुए वेख्या? साध संगत तुसीं संगत विच गए हो, किसी साधु संत कोल गए हो, वो नाम का प्याला भर के पी रहा हो, कदी वेख्या किसी? गुरमुखो ये प्याला अदृश प्याला है। ये प्याला किस तरह बनता है? एक जो बात अनूप बनी है, एक बड़ी अद्भुत गल मेरे जीवन च बन गई। कबीर साहब कहते हैं कि मैं श्वासा नूं ही प्याला बना लिया, श्वास श्वास नाल वैगुरू वैगुरू जपना, यही प्याला है।
ये अदृश्य प्याला है, घुट भरना वा, अंदर निकलना वा। तो मैं ज्यादा विस्तार ना करा क्योंकि दो श्लोक होर ने। फरीदा जिन लोयन जग मोहिया, अखां लोयन मैंने अखां, वो अखां जिन्होंने वेख के लोग कहते होंगे सन, मैनू मैं गल समझ ली, मैनू कहना पैना है, आग्ञा लैके मैं कह दिया, माफ़ कर देना। जिन्होंने अखां नूं लोग वेख के कहते होंगे सन भी फलाने दी अखां बहुत सोहणियां ने, क्या बात है, अखां बहुत सोहणियां ने। कहते ना महाराज बाणी, सुन मुंदे हरण आंखीए, हरण की अख मोटी होंगी है ना, अख तो बल की भी मोटी होंगी है, मझ की भी मोटी होंगी है, पर उस सुंदरता वास्ते नहीं ना वरती जाती, हिरण की अख वरती जाती। सुन मुंदे हरण आंखीए, गूढ़ा वैन अपार, पहला वस्त सियाण गए तां कीचै व्यापार। हरण हरण वर्गियां अखां वाली क्या। शेख साहब कहते हैं ਜਿਹੜੀਆਂ अखां लोगों को मोह लैंदियां सन, अट्रैक्ट करदियां सन, एक बारी वेख के ते अगला अख बचा के फिर देखदा सी अखां किड्डियां सोहणियां ने, ਇਹਦੀਆਂ ਨੀਲੀਆਂ ਅੱਖਾਂ ਨੇ, ਇਹਦੀਆਂ ਬਲੈਕ ਅੱਖਾਂ ਨੇ, ਇਹਦੀਆਂ ਕਾਸ਼ਨੀ ਅੱਖਾਂ ਨੇ। ਜਿਨ ਲੋਇਣ ਜਗ ਮੋਹਿਆ, ਜਿਹੜੀਆਂ ਅੱਖਾਂ ਜਗ ਨੂੰ ਮੋਹ ਲੈਂਦੀਆਂ ਸਨ, ਐਡੀਆਂ ਸੁੰਦਰ ਸਨ। ਸੇ ਲੋਇਣ ਮੈਂ ਡਿੱਠ, शेख साहब कहते मैं उन्होंने अखां का हशर वेख्या, चलाना कर गया कोई और कफन भी नसीब ना होया, डैड बॉडी रुलती रही, उपरला हिस्सा जिहड़ा सी वो जदों निकल जाता है सारा कुछ, तो फिर आ जिहड़े हिस्से ने ना, ये बड़े डूंगे जे हो जाते हैं। उत्ते किसी परिंदे ने थोड़े जे तीले लिया के रख के हल ना पा लिया, वो बच्चे दे दिते। पहला नौकरानी नूं झिड़कां पैंदियां सन, कमबख्त है तू सुरमा चंगी तरह पी के नहीं लियाई, मेरियां अखां विच रड़कदा पिया। बड़ियां सोहल अखां सन, बड़ियां कोमल सन। हुण उन्हां अखां विच पंछियां ने बच्चे दिते हुए ने। हुण बोल फरीदा जिन लोयण जग मोहिया, जिन्हां अखां ने संसार नूं मोहिया पिया सी, से लोयण मैं डिठ। ਇਹ ਫਰੀਦ ਇਸ ਦਿਸ ਦੀ ਗੁਲਜ਼ਾਰ, ਪਰ ਅਸਲ ਵਿੱਚ ਗੁੱਝੀ ਭਾਵ ਵਿੱਚ ਮਸਤ ਜੀਵ ਨੂੰ ਕੁਝ ਸੋਚਦਾ ਬੁੱਝਦਾ ਨਹੀਂ ਪਿਆ, ਐਵੇਂ ਹੀ ਸਰੀਰ ਦਾ ਮਾਣ ਪਿਆ ਕਰਦਾ ਹੈ। ਜਿਹੜੀਆਂ ਸੋਹਣੀਆਂ ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ ਨਾ, ਉਹ ਅੱਖਾਂ ਮੈਂ ਵੀ ਵੇਖੀਆਂ ਨੇ। ਪਹਿਲਾਂ ਤਾਂ ਇੰਨੀਆਂ ਨਾਜ਼ੁਕ ਸਨ ਕਿ ਕੱਜਲ ਦੀ ਧਾਰ ਨਹੀਂ ਸੰਸਾਰ ਸਕਦੀਆਂ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਲਣਾ ਬਣ ਗਈਆਂ। ਕੱਜਲ ਰੇਖ ਨਾ ਸਹਿੰਦਿਆਂ ਸੇ ਉਹਨਾਂ ਵਿੱਚ ਪੰਖੀ ਸੂਏ ਬਹਿਠ, ਉਹਨਾਂ ਵਿੱਚ ਬੈਠ ਕੇ ਪੰਛੀਆਂ ਨੇ ਅੰਡੇ ਦਿੱਤੇ ਨੇ, ਅੰਡਿਆਂ ਵਿੱਚੋਂ ਚੂਜੇ ਬਾਹਰ ਨਿਕਲ ਆਏ ਨੇ, ਬੋਟ ਬਾਹਰ ਨਿਕਲ ਆਏ। ਹੁਣ ਉੱਥੇ ਜਿਉਂਦੇ ਜੀ ਰਹਿ ਰਹੇ ਨੇ ਤੇਰੀਆਂ ਅੱਖਾਂ 'ਚ, ਉਦੋਂ ਤੈਨੂੰ ਸੁਰਮਾ ਰੜਕਦਾ ਸੀ। ਇਹ ਵੀ ਤੇਰੀ ਦਸ਼ਾ ਬਣਨੀ ਹੈ। ਉਹਨੂੰ ਯਾਦ ਕਰਕੇ ਆਪਣਾ ਅਸਲ ਕੰਮ ਕਰ, ਜਿਹੜਾ ਕੰਮ ਕਰਨ ਵਾਸਤੇ ਰੂਹੇ ਜ਼ਮੀਨ ਤੇ ਤੂੰ ਆਇਆ। ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ। ये फरीद भावें कितना ही पुकार पुकार के आखिए, कितना ही नित मतां दईए, कुछ लोग इन्हां मतां दा भी उन्हां दे उत्ते कोई असर नहीं हुंदा। तुसीं दूर ना जाओ, अपने घर ही चले जाओ। टीनेजर बच्चे भी बैठे ने, इधर बेटियां भी बैठियां ने। ये किस तरह की उम्र हुंदी है जदों मनुख सोचदा भी जिहड़ा मेरा माँ प्यो है ना, उन्होंने कुछ पता नहीं, उन्होंने पता ही को नहीं। अजे गल मूँह चो कढ़नी है तो उन्हें तुहाडा संग फड़ लेना, गल ही नहीं करन देनी। तुहाडा भी ये तजर्बा होगा मेरे वांगू, मेरा तो हैगा है। और वेखो मैं एक होर बेनती करा, साडी जिहड़ी जनरेशन है ना, मेरी साडी एक विडंबना है। साडे वेले माँ प्यो तो डरना पैंदा सी, वो खड़ियां खड़ियां दी खलड़ी उतार देंदे हुंदे सन। पहला माँ प्यो तो डरदे रहे, समीकरण बदल गए, हुण बच्चों तो डरना पै रहा है। सानू दोहरी मार पई है, यकीन करियो, दोहरी मार। माँ प्यो तो भी डरे, मर जा तेरा पापा आ गए, किसी ताक कोले लुक जाना, किसी पेटी के थले वड़ जाना, किसी उत्ते चढ़ जाना, पर जो आ गया जी। चलो वो जेन केन करके समा पार किया, हुण अगों समीकरण बदल गए। अच्छा बच्चे नूं लगदा है भी मेरे माता पिता नूं कुछ नहीं पता, माँ प्यो मत देनी चाहुंदा, वो पुकारदा है, वो कूकदा भी इदां कर, इदां मैं इत्थे इत्थे मार खाधी है, तू ना खाई। वो समझदा मेरे प्यो नूं पता ही कुछ नहीं। जदों 35 साल दा हुंदा है ना, ठीक होदा कुछ नुकसान करांदा है, लॉस करांदा है, कहता भी मेरे डैडी नूं थोड़ा थोड़ा पता है। जदों अपने बच्चे हो जाते हैं उदों कहता मेरे डैडी नूं सारा पता सी, पर उदों डैडी कोल नहीं हुंदा। अच्छा वो तो परिवारक जिंदगी हो गई। धार्मिक फील्ड विच की है, इत्थे भी कू कहंदे आ, चा कहंदे आ, मत्ती देंदे आ नित।
ਇੱਥੇ ਵੀ ਕਈ ਗੱਲਾਂ ਨੂੰ ਲੈ ਕੇ ਬੇਨਤੀ ਕਰੀ ਦੀ ਹੈ, ਕੋਕਾ ਮਾਰੀ ਦੀਆਂ ਨੇ, ਮੱਤਾਂ ਦੇਈ ਦੀਆਂ ਨੇ, ਕੋਈ ਲੈਂਦਾ ਕਿਸੇ ਦੀ ਮੱਤ? ਸੁਣਨਾ ਬੜੀ ਵੱਡੀ ਬਹਾਦਰੀ ਹੈ। ਤੁਸੀਂ ਬੈਠ ਕੇ ਸੁਣਦੇ ਹੋ, ਬੜੀ ਵੱਡੀ ਬਹਾਦਰੀ ਹੈ। ਸੁਣਾਉਣਾ ਆਸਾਨ ਹੈ, ਸੁਣਨਾ ਨਹੀਂ। ਸੁਣਨਾ ਔਖਾ ਹੈ, ਪਰ ਸੁਣ ਕੇ ਜੇ ਥੋੜਾ ਅਪਲਾਈ ਹੋਵੇ ਤੇ ਬਾਤ ਤੇ ਫਿਰ ਬਣੇਗੀ ਨਾ। ਸਭ ਤੋਂ ਪਹਿਲੀ ਗੱਲ ਇਹ ਆ ਪ੍ਰੇਮੀਓ, ਤੁਸੀਂ ਵਾਰਿਸ ਹੋ ਕੌਮ ਦੇ, ਮੈਂ ਤੇ ਚੌਂਕੀਦਾਰ ਹਾਂ ਤੁਹਾਡਾ। ਸਭ ਤੋਂ ਪਹਿਲੀ ਗੱਲ ਹੈ ਵੀ ਅਸੀਂ ਬੈਠਣਾ ਸਿੱਖੀਏ। ਜੇ ਤੁਸੀਂ ਮੈਨੂੰ ਆਗਿਆ ਦਿਓ ਕਹਿਣ ਦੀ, ਗੁੱਸਾ ਨਾ ਕਰੋ, ਤੇ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਵਿਸ਼ਵ ਭਰ ਵਿੱਚ ਜੋ ਮੈਂ ਮਹਿਸੂਸ ਕੀਤਾ, ਮਾਫ ਕਰ ਦੇਣਾ। ਨਹੀਂ ਆਈ ਅਜੇ, ਵਕਤ ਲੱਗੇਗਾ। ਕਿਸੇ ਜ਼ਮਾਨੇ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਸਤ ਸੰਗਤ, ਬੜੇ ਧਿਆਨ ਨਾਲ ਸੁਣਿਓ, ਸਤ ਸੰਗਤ ਸਤਗੁਰ, ਜਿਹੜੀ ਸਤ ਸੰਗਤ ਹੈ ਸਤਿਗੁਰੂ ਦੀ ਟਕਸਾਲ ਹੈ, ਸਕੂਲ ਹੈ। ਸਕੂਲ ਦਾ ਅਨੁਸ਼ਾਸਨ ਹੁੰਦਾ ਨਾ ਪ੍ਰੇਮੀਓ, ਡਿਸਿਪਲਿਨ ਹੁੰਦਾ ਹੈ। ਤੁਸੀਂ ਅਸਾਈਆਂ 'ਚ ਰਹਿੰਦੇ ਹੋ, ਕੋਈ ਕਥਾ ਕੀਰਤਨ ਦੀ ਪਰਮਾਰ ਨਹੀਂ, ਆਪਣੇ ਨਾਲ ਚਰਚ ਹੈ, ਬਾਉਂਡਰੀ ਵਾਲ ਆਪਣੀ ਇਕੱਠੀ ਹੈ। ਮੈਂ ਦੇਖਣਾ, ਮੈਨੂੰ ਕਈ ਸਾਲ ਹੋ ਗਏ ਨੇ ਇੱਥੇ ਹੁੰਦੇ ਨੂੰ, ਕੋਈ ਰਸ਼ ਨਹੀਂ ਹੁੰਦਾ। ਕਦੀ ਕਦਾਈ ਵੀਕਲੀ ਸਾਡੇ ਬੜੀ ਪਰਮਾਰ ਹੈ ਕੀਰਤਨ ਦੀ, ਪਾਠ ਦੀ, ਕਥਾ ਦੀ, ਚੰਗੀ ਗੱਲ ਹੈ। ਪਰ ਜਦੋਂ ਉਹਨਾਂ ਦਾ ਕੋਈ ਬੁਲਾਰਾ ਹੁੰਦਾ ਹੈ, ਉਹਨਾਂ ਨੇ ਕੋਈ ਆਡੀਟੋਰੀਅਮ ਬੁੱਕ ਕੀਤਾ ਹੁੰਦਾ ਹੈ, ਉਹ ਫਿਰ ਇੱਧਰ ਉੱਧਰ ਪ੍ਰਚਾਰ ਕਰਦੇ ਨੇ, ਲੋਕ ਟਿਕਟਾਂ ਲੈ ਕੇ ਜਾਂਦੇ ਨੇ। ਟੈਨਸ਼ਨ ਹੁੰਦੀ ਹੈ ਨਾ ਵੀ ਟਿਕਟ ਵੀ ਲਈਏ $50 ਦੀ, 100 ਦੀ। ਹੁਣ ਧਿਆਨ ਨਾਲ ਸੁਣਨਾ, ਮਿਸ ਵੀ ਨਹੀਂ ਕਰਨਾ, ਪੈਸੇ ਖਰਚੇ ਨੇ। ਔਰ ਇੱਕ ਉਹ ਕਦੀ ਕਦੀ ਕਰਦੇ ਨੇ, ਇਸ ਵਾਸਤੇ ਸਾਰਿਆਂ ਦੀ ਖਿੱਚ ਹੁੰਦੀ ਹੈ ਵੀ ਜ਼ਰੂਰ ਜਾਣਾ, ਵੀ ਜ਼ਰੂਰ ਸੁਣਨਾ। ਜਦੋਂ ਕੋਈ ਵੀ ਚੀਜ਼ ਬਹੁਤਾਤ ਹੋ ਜਾਏ ਨਾ, ਬਹੁਤਾਤ, ਸਾਡੇ ਪ੍ਰਾਤਨ ਗ੍ਰੰਥਾਂ 'ਚ ਇੱਕ ਗੱਲ ਲਿਖੀ ਹੈ, ਉਹ ਕਹਿੰਦੇ ਅਤੀ ਸਰਵਤਰ ਵਿਵਰਜਤੇ, ਅਤੀ ਸਰਵਤਰ ਵਿਵਰਜਤੇ। ਅੱਤ ਕਿਸੇ ਚੀਜ਼ ਦੀ ਵੀ ਚੰਗੀ ਨਹੀਂ ਹੁੰਦੀ। ਕਿਵੇਂ ਕਰਦੇ ਨੇ ਫਿਰ, ਕਿੰਨੇ ਗੌਰ ਨਾਲ ਲੋਕੀ ਜਾਂਦੇ ਨੇ। ਆ ਸਾਡੇ ਗਾਇਕ ਆਉਂਦੇ ਨੇ ਉੱਥੋਂ, ਗਾਉਣ ਵਾਲੇ, 2 ਗਾਣੇ ਇਸ਼ਕ ਮਜ਼ਾਜੀ ਦੇ ਗੀਤ ਗਾਉਂਦੇ ਨੇ, ਕਿਵੇਂ ਟਿਕਟਾਂ ਖਰਚ ਕੇ ਫਿਰ ਆ ਲਲਕਾਰੇ ਮਾਰਦੇ ਆਉਂਦੇ ਨੇ। ਫਿਰ ਕਈ ਦਿਨ ਮਗਰੋਂ ਵੀ ਗੱਲਾਂ ਹੁੰਦੀਆਂ ਵੀ ਫਲਾਣਾ ਗਾਉਣ, ਉਹਨੇ ਫਿਰ ਕਿੱਦਾਂ ਫੇਰੀ ਦੇ ਕੇ ਉਹ ਨੱਚੀ ਗਾਉਣ ਵਾਲੀ, ਕਿੱਦਾਂ ਕੀਤਾ, ਹੈ ਨਾ, ਬੜਾ ਆਨੰਦ ਆਉਂਦਾ। ਪਰ ਜਦੋਂ ਗੁਰੂ ਸੰਗਤ ਦੀ ਗੱਲ ਆਉਂਦੀ, ਅਸੀਂ ਬਿਲਕੁਲ ਰਿਲੈਕਸ ਹੋ ਕੇ ਬੈਠੇ ਹੁੰਦੇ ਹਾਂ। ਕੋਈ ਬੱਚਾ ਵਿੱਚ ਦੌੜਾਂ ਲਾ ਰਿਹਾ ਹੈ, ਜਿਵੇਂ ਹੈਦਰਾਬਾਦ ਦੀ ਜੂ ਪਾਰਕ ਹੋਵੇ, ਕਿਸੇ ਦਾ ਫੋਨ ਵੱਜ ਰਿਹਾ, ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਗੱਲਾਂ ਕਰ ਰਿਹਾ, ਕੋਈ ਇੱਕ ਦੂਜੇ ਨੂੰ ਫਤਿਹ ਬੁਲਾ ਰਿਹਾ। ਬੜੋ ਰਹਿਤ ਮਰਿਆਦਾ। ਚੱਲਦੇ ਦੀਵਾਨ ਵਿੱਚ ਫਤਿਹ ਨਹੀਂ ਬੁਲਾਣੀ। ਤੁਸੀਂ ਚੌਰ ਸਾਹਿਬ ਤੇ ਇੱਕ ਦੂਜੇ ਨੂੰ ਰਿਲੀਵ ਕਰਨਾ, ਫਤਿਹ ਨਹੀਂ ਬੁਲਾਣੀ। ਤੁਸੀਂ ਦੇਖ ਤੇ ਇੱਕ ਦੂਜੇ ਨੂੰ ਰਿਲੀਵ ਕਰਨਾ, ਫਤਿਹ ਨਹੀਂ ਬੁਲਾਣੀ। ਤੁਸੀਂ ਹਾਲ ਵਿੱਚ ਵਿਚਰਦਿਆਂ ਇੱਕ ਦੂਜੇ ਨੂੰ ਫਤਿਹ ਨਹੀਂ ਬੁਲਾਣੀ, ਡਿਸਟਰਬੈਂਸ ਹੁੰਦੀ ਹੈ। ਸਿੱਖ ਰਹਿਤ ਮਰਿਆਦਾ ਦਾ ਪਾਠ ਕਰੋ, ਪਰ ਹਾਏ ਰੱਬਾ ਕੌਣ ਕਰੇ? ਇਹਦੇ ਵਾਸਤੇ ਅਸੀਂ ਪਾਠੀ ਰੱਖੇ ਨੇ, ਗ੍ਰੰਥੀ ਰੱਖੇ ਨੇ, ਕਥਾਵਾਚਕ ਸੱਦ ਲਵਾਂਗੇ, ਉਹ ਪੜ੍ਹਨਗੇ। ਅਸੀਂ ਕਿਉਂ ਪੜ੍ਹੀਏ? ਅਸੀਂ ਤਾਂ ਸਰਦਾਰ ਲੋਕ ਆ। ਪਰ ਨਹੀਂ ਭਾਈ, ਛੋਟਾ ਜਿਹਾ ਪੰਫਲੇਟ ਹੈ 3 4 5 ਵਰਗਿਆਂ ਦਾ, ਰਹਿਤ ਮਰਿਆਦਾ ਸਾਨੂੰ ਸਾਰਿਆਂ ਨੂੰ ਘਰਾਂ 'ਚ ਰੱਖਣੀ ਚਾਹੀਦੀ ਹੈ। ਕਦੀ ਕਦੀ ਪੰਛੀ ਜਾਤ ਵੀ ਉਹਦੇ ਤੇ ਮਾਰਨੀ ਚਾਹੀਦੀ ਹੈ, ਕਿ ਉਹ ਵਿਚਾਰ ਸਾਨੂੰ ਚੇਤਾ ਰਹਿਣ। ਸਤ ਸੰਗਤ ਸਤਿਗੁਰ ਟਕਸਾਲ ਹੈ, ਜੇ ਤਿਹਾਰ ਗੁਣ ਸਿੱਖਾ। ਉੱਥੇ ਬੇਸਿਕ ਐਜੂਕੇਸ਼ਨ ਹੈ, ਇੱਥੇ ਉਹ ਗੁਣ ਸਿੱਖਣੇ ਨੇ ਜਿਹੜੇ ਹਰੀ ਨੂੰ ਮਿਲਾ ਦੇਣ। ਉਹਦੇ ਵਾਸਤੇ ਵਾਤਾਵਰਨ ਚਾਹੀਦਾ, ਸਿਖਾਉਣ ਵਾਲਾ ਯੋਗ ਹੋਵੇ, ਉਹਦੇ ਕੋਲ ਕਾਬਲੀਅਤ ਹੋਵੇ, ਉਹ ਐਕਸਪਰਟ ਹੋਵੇ, ਸੁਣਨ ਵਾਲਿਆਂ ਵਿੱਚ ਜਿਗਿਆਸਾ ਹੋਵੇ। ਜਿਗਿਆਸਾ ਸਮਝਦੇ ਹੋ ਨਾ? ਗੁਰੂ ਸਾਹਿਬਾਨ ਕੋਲ ਜਦੋਂ ਕੋਈ ਅਨਅਧਿਕਾਰੀ ਵਿਅਕਤੀ ਆਉਂਦਾ ਸੀ ਤੇ ਮਹਾਰਾਜ ਉਹਨੂੰ ਟਾਲ ਦਿੰਦੇ ਸਨ, ਡਿਸਕਸ ਨਹੀਂ ਸਨ ਕਰਦੇ ਹੁੰਦੇ। ਹੁਣ ਤੇ ਕਿਸੇ ਨੂੰ ਟਾਲੀਏ ਤਾਂ ਅਗਲਾ ਕਹੇਗਾ ਮੇਰੇ ਸਵਾਲ ਦਾ ਗਿਆਨੀ ਕੋਲ ਜਵਾਬ ਨਹੀਂ, ਤਾਂ ਟਾਲ ਰਿਹਾ। ਨਹੀਂ ਭਾਈ, ਜਿੰਨਾ ਚਿਰ ਜਿਗਿਆਸਾ ਨਾ ਹੋਵੇ ਉਹਨਾਂ ਚਿਰ ਗੱਲਾਂ ਕਰਨ ਦਾ, ਸੁਣਨ ਦਾ, ਸਵਾਲਾਂ ਜਵਾਬਾਂ ਦਾ ਲਾਭ ਨਹੀਂ ਹੁੰਦਾ। ਵਕਤ ਜ਼ਾਇਆ ਕਰਨ ਵਾਲੀ ਗੱਲ ਹੁੰਦੀ ਹੈ, ਔਰ ਪਾਣੀ ਵਿੱਚ ਮਦਾਨੀ ਪਾਉਣ ਵਾਲੀ ਗੱਲ ਹੁੰਦੀ ਹੈ। ਇਸ ਲਈ ਉਹਦੇ ਲਈ ਅਧਿਕਾਰੀ, ਹੁਣ ਤੇ ਅਸੀਂ ਬਾਟਾ ਸਿਰ ਤੇ ਚੁੱਕ ਕੇ ਮਗਰ ਤੁਰੇ ਫਿਰਨੇ, ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ। ਜਦੋਂ ਕਲਗੀਆਂ ਵਾਲੇ ਨੇ ਦਾਤ ਦਿੱਤੀ, ਪਹਿਲਾਂ ਸਿਰ ਲਏ ਨਾ। ਇਹ ਏਡੀ ਸੌਖੀ ਦਾਤ ਨਹੀਂ, ਜਿਨ੍ਹਾਂ ਨੇ ਲੈਣੀ ਹੈ ਸਿਰ ਦਿਓ, ਇਹਦੇ ਵੱਟੇ ਵਿੱਚ ਮਿਲੇਗੀ। ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੇਂ। ਉਹ ਜਿਵੇਂ ਜਿਵੇਂ ਅਸੀਂ ਢਿੱਲ ਵਰਤਦੇ ਗਏ ਹਰ ਚੀਜ਼ ਵਿੱਚ, ਫਿਰ ਅਵੇਸਲਾਪਣ ਆਉਂਦਾ ਗਿਆ। ਫਰੀਦਾ ਕੂ ਕਹਿੰਦੇ ਆ ਜਾਂ ਕਹਿੰਦੇ ਆ, ਮਤੀ ਦਿੰਦੇ ਆ ਨਿਤ। ਇਹ ਫਰੀਦ, ਭਾਵੇਂ ਕਿਤਨਾ ਹੀ ਪੁਕਾਰ ਕੇ ਆਖੀਏ, ਕਿਤਨਾ ਹੀ ਨਿਤ ਮਤਾਂ ਦਈਏ, ਪਰ ਜਿਨ੍ਹਾਂ ਬੰਦਿਆਂ ਦੇ ਮਨ ਨੂੰ ਸ਼ੈਤਾਨ ਨੇ ਵਿਗਾੜਿਆ ਹੋਇਆ, ਵੰਗਾਇਆ, ਸੇ ਕਿਤ ਫੇਰ ਚਿੱਤ, ਉਹ ਦੁਨੀਆ ਵੱਲੋਂ ਚਿੱਤ ਜਿਹੜਾ ਹੈ ਉਹ ਫਿਰ ਮੋੜ ਦੇਣਗੇ। ਮੈਂ ਇੱਕ ਬੇਨਤੀ ਕਰਨਾ ਹੁੰਦਾ, ਫਿਰ ਆਗਿਆ ਲੈ ਕੇ ਕਰਦੇ ਹਾਂ। ਬਾਣੀ 'ਚ 5 ਵਿਕਾਰਾਂ ਦਾ ਜ਼ਿਕਰ ਹੈ। 5 ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਤੇ ਕੇਵਲ ਗੱਲ ਸਮਝਣ ਲਈ, ਸੁਧਾਰ ਲਈ, ਕੋਈ ਮਹਿਸੂਸ ਨਾ ਕਰਿਓ। ਸਿਮਰ ਬੇਨਤੀ, ਮੈਂ ਕਹਿੰਦਾ 6ਵਾਂ ਵਿਕਾਰ ਨਾਲ ਹੋਰ ਜੋੜ ਲਓ। ਤੁਸੀਂ ਕਹੋਗੇ ਕਿਹੜਾ? ਮੈਂ ਕਹਾਂਗਾ ਤੁਹਾਡਾ ਸੈੱਲਫੋਨ। ਇਹ ਬਿਲਕੁਲ ਵਿਕਾਰ ਬਣ ਗਿਆ। ਹਰ ਵਕਤ ਸੁਰਤ ਉਹਦੇ ਵਿੱਚ ਹੈ। ਕੌਣ ਹੈ ਜਿਹੜਾ 24 ਘੰਟਿਆਂ 4 5 ਘੰਟੇ ਮੋਬਾਈਲ ਨੂੰ ਨਹੀਂ ਚੰਬੜਿਆ ਰਹਿੰਦਾ? ਇੱਦਾਂ ਸਾਰਾ ਦਿਨ ਇੱਦਾਂ। ਖਿਮਾ ਕਰਨਾ, ਅਤੀ ਸਰਵਤਰ ਵਿਵਰਜਤੇ, ਇਹ ਵਿਕਾਰ ਬਣ ਗਿਆ।
ਮੈਨੂੰ ਪਤਾ ਵੀ ਇਹਦੇ ਬਿਨਾਂ ਕਾਰੋਬਾਰ ਨਹੀਂ ਚੱਲਦਾ। ਹੁਣ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ, ਸਭ ਕੁਝ ਆਨਲਾਈਨ ਹੋ ਗਿਆ, ਤੁਹਾਨੂੰ ਰੱਖਣਾ ਪੈਣਾ। ਪਰ ਯਾਰ ਕਮ ਸੇ ਕਮ ਸੰਗਤ ਵਿੱਚ ਆਉਣ ਲੱਗੇ ਤੇ ਆਫ ਕਰ ਲਿਆ ਕਰੋ, ਇੰਨਾ ਕਿਤੇ ਹੋ ਸਕਦਾ ਨਾ। ਨਹੀਂ ਚੱਲਦਾ ਕੰਮ, ਮੈਂ ਵੀ ਸਮਝਣਾ ਵਾ, ਮੇਰਾ ਵੀ ਨਹੀਂ ਚੱਲਦਾ। ਕਮ ਸੇ ਕਮ ਸੰਗਤ ਵਿੱਚ ਆਉਣ ਲੱਗਿਆ ਅਸੀਂ ਇਹਨੂੰ ਸਾਇਲੈਂਟ ਤੇ ਕਰ ਲਈਏ। ਜੇ ਬੰਦ ਨਹੀਂ ਕਰ ਸਕਦੇ, ਸਾਇਲੈਂਟ ਤੇ ਫੋਨ ਆਉਣਾ ਤੁਹਾਨੂੰ ਪਤਾ ਲੱਗ ਜਾਣਾ। ਤੁਸੀਂ ਉੱਠੋ ਆਰਾਮ ਨਾਲ, ਥੋੜੀ ਡਿਸਟੈਂਸ ਤੇ ਜਾ ਕੇ ਗੱਲਬਾਤ ਕਰੋ, ਸਮਾਂ ਹੈ ਤੇ ਫਿਰ ਆਓ, ਜੀ ਆਇਆਂ ਨੂੰ, ਬੈਠੋ, ਮੋਸਟ ਵੈਲਕਮ। ਇਹ ਵੀ ਦੁਨੀ ਦਾ ਇੱਕ ਹਿੱਸਾ ਬਣ ਗਿਆ ਹੈ। दीन गवाया दुनी स्यों, दुनी ना साथ चाली साथ, पाए कुहाड़ा मारिया गाफल अपने हाथ। जिस दुनिया वास्ते दीन गवाया सी, अंत वेले वो दुनी नाल नहीं चलती। अच्छा तुसी दूर ना जाओ, आ भी नाल नहीं जाता, वो भी नाल नहीं, मोबाइल नाल जाएगा। इन्नी बेशकीमती जिंदगी 24 घंटिया 18 घंटे मोबाइल नहीं दे दी। ये उत्थे प्यार रहना, डैड बॉडी अगले ने चुक के फ्यूनरल हाउस भेज देनी है। उत्थे दूरों ही फिर वो फुहारे मारते हैं पानी के, इस तरह झटपट काम निबेड़ के इतने आउंदियां नूं लाहणियां शुरू होईयां हुंदियां। 30-35 मिनट में सारा काम निबेड़ नबूड़ के थले जाके फिर सारे पकौड़े दे डंडे होंदे ने, कोई प्रशादे, कोई कुछ, सब भुल भुला जाता है भी चलो हुण तुसीं अगे आउणा सी, फिर उसे काम 'च खा जाता। इसलिए बई प्रभु कूक रहा है, मतां दे रहा है, असीं उधर सुरत करिए, उधर ध्यान दईए। चारों ओर शोर है, पार हुआ पुकार हार है, चारों जाम सोबते अचेत ना लजाए है। धार्मिक ग्रंथ उच्ची उच्ची कूक रहे ने, जिंदगी सफल कर लै, पर असी जिंदगी दे चारे पैर रात सारी जिंदगी गाफलता दी नींद विच बिता दी। चारों जाम सोबते अचेत, अचेत ना लजाए है, लज्जा नहीं आती। ठेठ पंजाबी कहते शर्म नहीं आती। सानू मिठियां झिड़कां भी कई बार बाणी दी व्याख्या प्रणालियां च मारियां गईयां ने। सो साध संगत, ये 15वां श्लोक है। इन्हां 15 श्लोकां विच एक ही ख्याल नूं प्रचंड किया गया है। अगला जिहड़ा श्लोक है, ये श्लोक नंबर 16 तो श्लोक नंबर 36 तक, इन्हां विच इक्को ख्याल है। इन्हां दी विचार इक्को दिन करनी चाहिए, पर वक्त का तकाजा है, पंक्चुअलिटी बहुत जरूरी है। मैं इन्हां नूं डिवाइड करके कर लवांगा, पर तुहानूं पिछला विचार चेता करांदा रहांगा भी प्रकरण ये चल रहा है, ख्याल ये चल रहा है, ताकि आपां लड़ी जोड़ सकीए। बाकी विचारां कल के दीवान में यतन करांगे। अज इन्नियां बेनतियां प्रवान करनियां, जो बेनतियां विचारां करदे हैं बहुत सारियां टुटियां रह जांदियां ने, भुलां गलतियां अक्सर हो जांदियां ने, उन्हां वास्ते मैं हार्दिक तौर पर खिमा दा जाचक हाँ। सो आओ इन्नियां बेनतियां प्रवान करते हुए आग्या बख्शिश करो जी। वाहिगुरू जी का खालसा, सो वाहिगुरू जी की फतेह। वाहिगुरू जी का खालसा, वाहिगुरू जी की फतेह। गुण गावत मन हरिया होवै,